ਗੁੱਡ ਮਾਰਨਿੰਗ ਜੀ ਸਭ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਇੰਦਰਜੀਤ ਸਰੋਜ ਸਾਇੰਸ ਮਾਸਟਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸਮਲਾ ਰੂਪਨਗਰ ਤੋਂ। ਅੱਜ ਅਸੀਂ ਲੈ ਕੇ ਆਏ ਹਾਂ ਜੀ ਆਪਣਾ +2 ਕਲਾਸ ਦਾ ਪੋਇਟਰੀ ਸੈਕਸ਼ਨ ਦੀ ਫਸਟ ਪੋਇਮ ਜੋ ਹੈ ਪ੍ਰੇਅਰ ਆਫ ਵੁੱਡਸ, ਜੋ ਕਿ ਬਾਏ ਐਨੋਨੀਮਸ ਲਿਖੀ ਹੋਈ ਹੈ। ਇਸ ਪੋਇਮ ਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਫਸਟ ਪੋਇਮ ਹੈ ਜੇ ਸਾਡੇ ਇਸ ਸਿਲੇਬਸ ਦੀ, ਅਤੇ ਇਸ ਦੇ ਵਿੱਚ ਜੋ ਪੋਇਮ ਦਾ ਜੋ ਪੋਰਸ਼ਨ ਹੈ ਇਸ ਦੇ ਵਿੱਚ ਸਾਨੂੰ ਇੱਕ ਸੈਂਟਰਲ ਆਈਡੀਆ ਆਉਂਦਾ ਹੈ ਅਤੇ ਨਾਲ ਕੁਝ ਲਾਈਨਾਂ ਕੁਝ ਜਿਹੜੀਆਂ ਉਹ ਪੋਇਮ ਦੀਆਂ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਜਿਹੜੀ ਕਿ ਆਉਂਦੀਆਂ ਨੇ, ਜਿਸ ਦੇ ਅਸੀਂ ਆਨਸਰ ਕਰਨੇ ਹੁੰਦੇ ਹੈ। ਸੋ ਇਸ ਦੇ ਵਿੱਚ ਅਸੀਂ ਜੇ ਗੱਲ ਕਰੀਏ ਇਸ ਦੇ ਸੈਂਟਰਲ ਆਈਡੀਆ ਦੀ, ਤਾਂ ਸੈਂਟਰਲ ਆਈਡੀਆ ਜੋ ਇਸ ਪੋਇਮ ਦਾ ਕੀ ਕਹਿੰਦਾ ਹੈ, this poem is based on the idea that trees serve man in various ways। ਇਹ ਪੋਇਮ ਜੋ ਬੇਸਡ ਹੈ ਇਸ ਆਈਡੀਆ ਦੇ ਉੱਪਰ ਕਿ ਜੋ ਦਰਖਤ ਨੇ ਉਹ ਮਨੁੱਖ ਨੂੰ ਅਲੱਗ-ਅਲੱਗ ਢੰਗ ਨਾਲ ਜਿਹੜੀ ਉਹਦੀ ਸੇਵਾ ਕਰਦੇ ਨੇ। The wood from the trees is used in winter for warmth। ਜੋ ਲੱਕੜ ਹੈ ਉਸਨੂੰ ਸਰਦੀਆਂ ਦੇ ਵਿੱਚ, ਦਰਖਤ ਦੀ ਲੱਕੜ ਨੂੰ ਸਰਦੀਆਂ ਦੇ ਵਿੱਚ ਗਰਮੀ ਪੈਦਾ ਕਰਨ ਲਈ ਅਸੀਂ ਜਿਹੜੀ ਹੈ ਸ਼ੁਰੂ ਕਰਦੇ ਹਾਂ, ਯੂਜ਼ ਕਰਦੇ ਹਾਂ ਟਰੀਜ਼ ਪ੍ਰੋਵਾਈਡ ਸ਼ੇਡ ਇਨ ਸਮਰ। ਅਤੇ ਗਰਮੀਆਂ ਦੇ ਵਿੱਚ ਸਾਨੂੰ ਜਿਹੜੀ ਹੈ ਇਸ ਦਰਖਤਾਂ ਤੋਂ ਸਾਨੂੰ ਜਿਹੜੀ ਹੈ ਉਹ ਸ਼ੇਡ ਛਾਂ ਮਿਲਦੀ ਹੈ। ਐਂਡ ਜੂਸੀ ਫਰੂਟਸ ਟੂ ਸੈਟਿਸਫਾਈ ਥਰਸਟ। ਜੂਸੀ ਫਰੂਟਸ ਸਾਨੂੰ ਰਸੀਲੇ ਫਲ ਮਿਲਦੇ ਨੇ ਜੇਕਰ ਕਿਸੇ ਨੂੰ ਥਿਆ ਲੱਗੀ ਹੋਵੇ, ਪਿਆਸ ਲੱਗੀ ਹੋਵੇ, ਥਰਸਟ। ਫॉर ਬਿਲਡਿੰਗ ਇਮਾਰਤਾਂ ਬਣਾਉਣ ਲਈ, ਬੋਟਸ ਕਿਸ਼ਤੀਆਂ ਬਣਾਉਣ ਲਈ, ਐਂਡ ਫਰਨੀਚਰ ਅਤੇ ਫਰਨੀਚਰ ਜੋ ਵੀ ਅਸੀਂ ਆਪਣੇ ਘਰਾਂ ਦੇ ਵਿੱਚ ਲੱਕੜ ਦਾ ਯੂਜ਼ ਕਰਦੇ ਹਾਂ। ਵੀ ਯੂਜ਼ ਵੁੱਡ ਫਰੋਮ ਬਰਥ ਟੂ ਡੈਥ। ਅਸੀਂ ਜਿਹੜਾ ਹੈ ਵੁੱਡ ਲੱਕੜ ਨੂੰ ਆਪਣੇ ਜਨਮ ਤੋਂ ਲੈ ਕੇ ਮਰਨ ਤੱਕ ਲਗਾਤਾਰ ਯੂਜ਼ ਕਰਦੇ ਰਹਿੰਦੇ ਹਾਂ। ਟਰੀਜ਼ ਆਲਸੋ ਟੀਚ ਅਸ ਦ ਵੈਲਿਊ ਆਫ ਕਾਈਂਡਨੈਸ ਐਂਡ ਬਿਊਟੀ। ਅਤੇ ਦਰਖਤ ਜਿਹੜੇ ਨੇ ਸਾਨੂੰ ਇਹ ਦੱਸਦੇ ਨੇ ਕਿ ਕਿਆ ਵੈਲਿਊ ਹੈ ਕਿਸੇ ਨੂੰ ਦਿਆਲੂ ਹੋਣ ਦੀ, ਅਤੇ ਕਿਆ ਹੈ ਸੁੰਦਰਤਾ ਉਸਦੀ। ਕਿਉਂਕਿ ਸਾਡੇ ਆਲੇ ਦੁਆਲੇ ਅਸੀਂ ਜਿਹੜਾ ਹੈ ਆਪਣੇ ਦੇਖੀਏ ਤਾਂ ਹਰਿਆਲੀ ਸਾਨੂੰ ਸਭ ਨੂੰ ਹੀ ਦੇਖਣ ਨੂੰ ਚੰਗੀ ਲੱਗਦੀ ਹੈ, ਬਟ ਅਸੀਂ ਦਰਖਤਾਂ ਦੇ ਨਾਲ ਇਹ ਜ਼ਿਆਦਾ ਪਸੰਦ ਨਹੀਂ ਕਰਦੇ ਹਾਂ ਅੱਜ ਕੱਲ੍ਹ ਦੇ ਮਾਡਰਨ ਜ਼ਮਾਨੇ ਦੇ ਵਿੱਚ। ਟਰੀਜ਼ ਅਪੀਲ ਹੰਬਲੀ ਟੂ ਮੈਨ ਨੋਟ ਟੂ ਹਾਰਮ ਦੈਮ। ਅਤੇ ਜਿਹੜੇ ਟਰੀਜ਼ ਨੇ, ਦਰਖਤ ਨੇ, ਉਹ ਮਨੁੱਖ ਤੋਂ ਬੇਨਤੀ ਕਰਦੇ ਨੇ, ਰਿਕੁਐਸਟ ਕਰਦੇ ਨੇ ਕਿ ਹੇ ਮਨੁੱਖ ਨੋਟ ਟੂ ਹਾਰਮ ਦੈਮ, ਸਾਨੂੰ ਨੁਕਸਾਨ ਨਾ ਪਹੁੰਚਾਓ। ਅਤੇ ਇਹੀ ਜਿਹੜਾ ਹੈ ਸੈਂਟਰਲ ਆਈਡੀ ਸਾਡੇ ਕੋਲ ਜਿਹੜਾ ਹੈਗਾ ਉਹ ਇੱਕ ਇੰਪੋਰਟੈਂਟ ਕੁਐਸਚਨ ਸਾਡੇ ਐਗਜ਼ਾਮ ਦੇ ਵਿੱਚ ਹੋ ਜਾਂਦਾ ਹੈ, ਅਤੇ ਫਸਟ ਪੋਇਮ ਸਾਡੀ ਇਹੀ ਹੈ। ਨੈਕਸਟ ਵਨ ਇਜ਼ ਦਾ ਰੀਡ ਦ ਲਾਈਨ ਗਿਵਨ ਬਿਲੋ ਐਂਡ ਆਨਸਰ ਦਾ ਕੁਐਸਚਨ। ਅਤੇ ਇਹ ਜਿਹੜੇ ਸਾਡੇ ਕੋਲ ਨੇ ਉਹ ਕੁਐਸਚਨ ਆਉਂਦਾ ਹੈਗਾ, ਇਹਦੇ 'ਚ ਇਸ ਤਰ੍ਹਾਂ ਦਾ ਕੁਝ ਲਾਈਨਾਂ ਲਿਖੀਆਂ ਹੁੰਦੀਆਂ ਨੇ। ਆਈ ਐਮ ਦ ਹੀਟ ਆਫ ਯੂਅਰ ਹਰਥ ਔਨ ਦ ਕੋਲਡ ਵਿੰਟਰ ਨਾਈਟ ਐਂਡ ਫਰੈਂਡਲੀ shade screening you from the summer sun, and my fruits are refreshing draughts quenching your thirst as your journey on। ਅਤੇ ਕਹਿੰਦੇ ਜੀ ਇਸ ਦੇ ਵਿੱਚ ਸਾਡੇ ਕੋਲ ਜਿਹੜਾ ਹੈ ਐਜ਼ ਯੂਅਰ ਜਰਨੀ ਔਨ ਦੇ ਵਿੱਚ ਕਿਆ ਗੱਲ ਆਉਂਦੀ ਹੈਗੀ। ਫਸਟ ਕੁਐਸਚਨ ਹੈ ਇਸ ਦਾ, ਹਾਊ ਕੈਨ ਦ ਵੁੱਡਸ ਗਿਵਸ ਅਸ ਹੀਟ ਐਜ਼ ਵੈਲ ਐਜ਼ ਕੋਲਡਨੈਸ। ਦਰਖਤ ਸਾਨੂੰ ਗਰਮੀ ਅਤੇ ਠੰਡਕ ਕਿਸ ਤਰ੍ਹਾਂ ਦਿੰਦੇ ਨੇ, ਤਾਂ ਕਹਿੰਦੇ ਜੀ ਵੁੱਡ ਬਰਨਡ ਇਨ ਦ ਫਾਇਰ ਪਲੇਸ ਔਨ ਦ ਕੋਲਡ ਵਿੰਟਰ ਨਾਈਟ। ਅਤੇ ਅਸੀਂ ਜਿਹੜਾ ਹੈ ਲੱਕੜ ਨੂੰ ਬਾਲ ਕੇ ਸਰਦੀਆਂ ਦੀ ਰਾਤਾਂ ਦੇ ਵਿੱਚ ਗਰਮੀ ਪੈਦਾ ਕਰਦੇ ਹਾਂ, ਪ੍ਰਾਪਤ ਕਰਦੇ ਹਾਂ। ਗਿਵਸ ਅਸ ਵਾਰਮਥ ਐਂਡ ਫਰੈਂਡਲੀ ਸ਼ੇਡ ਗਿਵਸ ਅਸ ਕੋਲਡਨੈਸ ਇਨ ਸਮਰ। ਅਤੇ ਗਰਮੀਆਂ ਦੇ ਵਿੱਚ ਅਸੀਂ ਜਿਹੜਾ ਹੈ ਦਰਖਤਾਂ ਦੀਆਂ ਛਾਵਾਂ ਦੇ ਕੋਲ ਜੇ ਜਾਂਦੇ ਹਾਂ ਤਾਂ ਉੱਥੇ ਸਾਨੂੰ ਜਿਹੜੀ ਹੈ ਉਹ ਠੰਡਕ ਮਹਿਸੂਸ ਹੁੰਦੀ ਹੈ।
ਸੋ ਇਹ ਲਾਈਨਾਂ ਜਿਹੜੀਆਂ ਸੀਗੀਆਂ ਸਾਡੇ ਕੋਲ ਜਿਹੜੀਆਂ ਉਹ ਸੈਂਟਰਲ ਆਈਡੀਆ ਦੀਆਂ ਪਹਿਲੀਆਂ ਲਾਈਨਾਂ ਦੇ ਵਿੱਚ ਆ ਗਈ ਹੈ। ਬੀ, ਨੇਮ ਦ ਫਿਗਰ ਆਫ ਸਪੀਚ ਯੂਜ਼ਡ ਇਨ ਦ ਲਾਈਨ। ਇਹਨਾਂ ਲਾਈਨ ਦੇ ਵਿੱਚ ਜਿਹੜੀ ਹੈ ਉਹ ਕਿਹੜੀ ਫਿਗਰਸ ਯੂਜ਼ ਕੀਤੀ ਗਈ ਹੈਗੀਆਂ, ਤਾਂ ਕਹਿੰਦੇ ਜੀ ਦ ਫਰੈਂਡਲੀ ਸ਼ੇਡ ਸਕਰੀਨਿੰਗ ਯੂ ਫਰੋਮ ਦ ਸਮਰ ਸਨ। ਤਾਂ ਕਹਿੰਦੇ ਜੀ ਦ ਫਰੈਂਡਲੀ ਸ਼ੇਡ ਜੋ ਹੈ ਇਹ ਪਰਸੋਨੀਫਿਕੇਸ਼ਨ ਹੈ। ਪਰਸੋਨੀਫਿਕੇਸ਼ਨ ਅਸੀਂ ਇੱਕ ਤਰ੍ਹਾਂ ਦੇ ਅਲੰਕਾਰ ਕਹਿ ਦਿੰਦੇ ਹਾਂ ਕਿ ਅਸੀਂ ਸੁੰਦਰਤਾ ਦੀ ਗੱਲ ਕਰਦੇ ਪਏ ਹੈਗੇ ਹਾਂ। ਅਤੇ ਦ ਸਕਰੀਨਿੰਗ ਯੂ ਫਰੋਮ ਦ ਸਮਰ ਸਨ, ਇਹ ਵੀ ਕਹਿੰਦੇ ਜੀ ਐਲਿਟਰੇਸ਼ਨ ਹੈ। ਅਤੇ ਇਹ ਜਿਹੜੇ ਵਰਡਸ ਹੈਗੇ ਸਾਡੇ ਕੋਲ ਜਿਹੜੇ ਨੇ ਉਹ ਸਾਡੇ ਕੋਲ ਜਿਹੜੇ ਨੇ ਫਿਗਰ ਆਫ ਸਪੀਚ ਦੇ ਵਿੱਚ ਜਿਹੜੀ ਨੇ ਉਹ ਦਿੱਤੇ ਹੋਏ ਨੇ, ਐਲਿਟਰੇਸ਼ਨ ਔਰ ਸਾਡੇ ਕੋਲ ਜਿਹੜਾ ਹੈ ਇੱਥੇ ਦਾ ਪਰਸੋਨੀਫਿਕੇਸ਼ਨ। ਦ ਫਿਗਰ ਆਫ ਸਪੀਚ ਵਿਚ ਇਨ ਬਾਈ ਵਿਚ ਐਨੀਮਲ ਐਕਸਟ੍ਰੈਕਟ ਆਈਡੀਆਜ਼ ਔਰ ਇਨਐਮੀਨੇਟ ਥਿੰਗਸ ਆਰ ਰੈਫਰ ਟੂ ਐਜ਼ ਦੇ ਵਰ ਹਿਊਮਨ। ਅਤੇ ਮਤਲਬ ਇਹਨੂੰ ਮਨੁੱਖਾਂ ਦੇ ਨਾਲ ਜਿਹੜੀ ਸਮਾਨਤਾ ਕੀਤੀ ਜਾ ਰਹੀ ਹੈ। ਨੈਕਸਟ ਆ ਕੁਐਸਚਨ ਆ ਰਿਹਾ ਹੈ ਜੀ, ਲਿਸਟ ਦ ਥਿੰਗਸ ਦ ਵੁੱਡ ਗਿਵ ਅਸ। ਸਾਨੂੰ ਲੱਕੜ ਤੋਂ ਕਿਆ ਕਿਆ ਮਿਲਦਾ ਹੈ, ਉਹਨਾਂ ਥਿੰਗਸ ਦੀ ਇੱਕ ਲਿਸਟ ਬਣਾਉਣੀ ਹੈ। ਦੇ ਪ੍ਰੋਵਾਈਡ ਸ਼ੇਡ ਇਨ ਸਮਰ, ਗਰਮੀਆਂ ਦੇ ਵਿੱਚ ਛਾਂ ਦਿੰਦੇ ਨੇ। ਐਂਡ ਜੂਸੀ ਫਰੂਟਸ, ਅਤੇ ਰਸੀਲੇ ਫਲ ਜਿਹੜੇ ਨੇ ਉਹ ਕਹਿੰਦੇ ਜੀ ਸਾਨੂੰ ਕਹਿ ਦਿੰਦੇ ਨੇ ਟੂ ਟਰੈਵਲਰਸ ਟੂ ਸੈਟਿਸਫਾਈ ਥਰਸਟ। ਜਿਹੜੇ ਰਾਹਗੀਰ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਜੀ ਕੀ ਹੈ ਕਿ ਜਿਹੜੇ ਰਸੀਲੇ ਫਲ ਹੈਗੇ ਆ ਉਹ ਉਹਨਾਂ ਦੀ ਪਿਆਸ ਨੂੰ ਬੁਝਾ ਦਿੰਦੇ ਨੇ। ਬਿਲਡਿੰਗਸ ਬਣਾਉਣ ਦੇ ਲਈ, ਇਮਾਰਤਾਂ ਬਣਾਉਣ ਦੇ ਲਈ, ਕਿਸ਼ਤੀਆਂ ਬਣਾਉਣ ਦੇ ਲਈ, ਐਂਡ ਫਰਨੀਚਰ ਜੋ ਅਸੀਂ ਆਪਣੇ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ ਉਸ ਦੇ ਲਈ, ਭਾਵੇਂ ਸਾਡਾ ਉਹ ਘਰ ਦੇ ਵਿੱਚ ਪਿਆ ਹੋਇਆ ਬੈੱਡ, ਕੁਰਸੀ, ਟੇਬਲ, ਮੇਜ਼, ਜੋ ਕੁਛ ਵੀ ਬਣਿਆ ਹੋਇਆ ਹੋਵੇ। ਇਟ ਇਜ਼ ਯੂਜ਼ਡ ਬਾਏ ਮੈਨ ਫਰੋਮ ਕਰੈਡਲ ਟੂ ਗ੍ਰੇਵ। ਕਰੈਡਲ ਅਸੀਂ ਕਹਿੰਦੇ ਜੀ ਉਹ ਪਾਲਣਾ ਜਿਹਦੇ 'ਚ ਬੱਚੇ ਨੂੰ ਪਾ ਕੇ ਉਸਨੂੰ ਝੂਟੇ ਦਿੱਤੇ ਜਾਂਦੇ ਨੇ ਛੋਟੇ ਹੁੰਦੇ ਨੂੰ। ਐਂਡ ਗ੍ਰੇਵ ਸਾਡੀ ਕਹਿੰਦੇ ਜੀ ਕੀ ਹੈ ਕਿ ਜੋ ਸਾਡੀ ਕਬਰ ਹੈ ਉੱਥੇ ਤੱਕ ਕਹਿੰਦੇ ਜੀ ਸਾਨੂੰ ਜਿਹੜਾ ਹੈ ਇਹਦੀ ਲੋੜ ਪੈਂਦੀ ਹੈ। ਇਸ ਦਾ ਡੀ ਪਾਰਟ ਹੈ ਜੀ ਸੈਕੰਡ ਕੁਐਸਚਨ ਦਾ, ਵਾਟ ਡਜ਼ ਦ ਲਾਈਨ ਰਿਫਰੈਸ਼ਿੰਗ ਡਰਾਊਟਸ ਰੈਫਰ ਟੂ। ਕਹਿੰਦੇ ਜੀ ਜੋ ਇਹ ਲਾਈਨ ਹੈ ਕਿ ਰਿਫਰੈਸ਼ਿੰਗ ਡਰਾਊਟਸ ਜਿਹੜੀ ਹੈ ਉਹਦਾ ਮਤਲਬ ਕੀ ਹੈ, ਕਹਿੰਦੇ ਜੀ ਇਸਦਾ ਮਤਲਬ ਹੈ ਜੂਸੀ ਬਾਈਟਸ ਆਫ ਦ ਫਰੂਟਸ। ਜੋ ਅਸੀਂ ਰਸੀਲੇ ਫਲ ਨੂੰ ਜਦ ਅਸੀਂ ਖਾਂਦੇ ਹਾਂ ਤਾਂ ਉਹ ਜੋ ਸਾਨੂੰ ਸਾਡੀ ਜਿਹੜੀ ਪਿਆਸ ਬੁਝਾਉਂਦਾ ਹੈ ਸਾਡੀ, ਉਸਨੂੰ ਜਿਹੜਾ ਹੈ ਇਹ ਲਾਈਨਾਂ ਦੱਸਦੀਆਂ ਪਈਆਂ ਨੇ। ਅਤੇ ਜੀ ਥਰਡ ਕੁਐਸਚਨ ਜੋ ਹੈ ਇਸ ਪੋਇਮ ਦਾ, ਰੀਡ ਦ ਲਾਈਨਸ ਗਿਵਨ ਬਿਲੋ ਐਂਡ ਆਨਸਰ ਦ ਕੁਐਸਚਨ। ਅਤੇ ਇੱਥੇ ਹੈਗੀ ਜੀ ਆਈ ਐਮ ਦ ਹੈਂਡਲ, ਆਈ am the handle, I am the handle of your hoe, the door of your homestead, the wood of your cradle and the shell of your coffin, shell of your coffin। ਸੋ ਇਸ ਲਾਈਨ ਦੇ ਵਿੱਚ ਕਹਿੰਦੀ ਜੀ ਕਿਆ ਦੱਸਿਆ ਜਾ ਰਿਹਾ ਹੈ, ਅਸੀਂ ਇਸ ਦਾ ਬਾਰੇ ਜਿਹੜਾ ਹੈ ਉਹ ਆਨਸਰ ਹੁਣ ਦੇਖਦੇ ਹਾਂ। ਕੁਐਸਚਨ ਕੀ ਹੈ, ਫਸਟ ਏ ਪਾਰਟ, write down the lines in the poem that explains the statement the wood accompanies us from birth till death। ਜੋ ਸਾਨੂੰ ਲੱਕੜ ਹੈ ਸਾਨੂੰ ਉਹ ਸਾਡਾ ਸਾਥ ਦਿੰਦੀ ਹੈ ਸਾਡੇ ਜਨਮ ਤੋਂ ਲੈ ਕੇ ਸਾਡੇ ਮਰਨ ਤੱਕ। ਕਿਸ ਤਰ੍ਹਾਂ ਜੀ, ਤਾਂ ਕਹਿੰਦੀ ਜੀ ਦ ਲਾਈਨਸ ਆਰ, ਕਿਹੜੀ ਲਾਈਨ ਹੈਗੀਆਂ, ਆਈ ਐਮ ਦ ਹੈਂਡਲ ਆਫ ਯੂਅਰ ਹੋ। ਅਸੀਂ ਕਹਿੰਦੀ ਜੀ ਕਹਿੰਦੀ ਲੱਕੜ ਕਹਿੰਦੀ ਜੀ ਮੈਂ ਜਿਹੜੀ ਹੈ ਉਸ ਹੋ ਮਤਲਬ ਕਿ ਕੋਈ ਵੀ ਹਥਿਆਰ ਜੋ ਅਸੀਂ ਆਪਣੇ ਘਰਾਂ ਦੇ ਵਿੱਚ ਜਿਹੜਾ ਹੈ ਖੇਤਾਂ ਦੇ ਵਿੱਚ ਯੂਜ਼ ਕਰਦੇ ਹਾਂ ਉਸ ਦਾ ਹੱਥਾ, ਚਾਹੇ ਉਹ ਖੁਰਪੇ ਦਾ ਹੋਵੇ, ਚਾਹੇ ਉਹ ਕੁਹਾੜੀ ਦਾ ਹੋਵੇ, ਚਾਹੇ ਕਹੀ ਦਾ ਹੋਵੇ, ਚਾਹੇ ਉਹ ਗੈਂਤੀ ਦਾ ਹੋਵੇ, ਕੋਈ ਵੀ ਜੋ ਹੈ ਲੱਕੜ ਦਾ ਅਸੀਂ ਜਿਹੜਾ ਹੈ ਬਣਿਆ ਹੋਇਆ ਉਹ ਹਿੱਸਾ ਜਿਸ ਨੂੰ ਅਸੀਂ ਜਿਹੜਾ ਹੈ ਆਪਣੇ ਘਰਾਂ ਦੇ ਆਸ-ਪਾਸ ਯੂਜ਼ ਕਰਦੇ ਹਾਂ। ਦ ਡੋਰ ਆਫ ਯੂਅਰ ਹੋਮਸਟੈਡ, ਅਤੇ ਸਾਡੇ ਘਰਾਂ ਦੇ ਜਿਹੜੇ ਦਰਵਾਜ਼ੇ ਹੈਗੇ ਹੈ, ਖਿੜਕੀਆਂ, ਉਹ ਸਭ ਜਿਹੜੀਆਂ ਨੇ ਬਣੀਆਂ ਹੋਈਆਂ ਨੇ ਲੱਕੜ ਦੀਆਂ। ਦ ਵੁੱਡ ਆਫ ਯੂਅਰ ਕਰੈਡਲ, ਦ ਵੁੱਡ ਆਫ ਯੂਅਰ ਕਰੈਡਲ, ਜੋ ਕਰੈਡਲ ਜੋ ਕਿ ਅਸੀਂ ਕਹਿੰਦੇ ਛੋਟਾ ਜਿਹੜਾ ਝੋਲਾ ਜਿਹੜਾ ਹੈ ਪਾਲਣਾ ਜਿਹੜਾ ਹੈ ਬੱਚੇ ਦਾ ਬਣਦਾ ਹੈ, ਉਹ ਪਾਲਣਾ ਜਿਹੜਾ ਹੈ ਉਹ ਮੈਂ ਹਾਂ ਕਰੈਡਲ। ਐਂਡ ਦ ਸ਼ੈਲ ਆਫ ਯੂਅਰ ਕਫਿਨ, ਅਤੇ ਜਿਹੜਾ ਤਾਬੂਤ ਬਣਾਇਆ ਜਾਂਦਾ ਹੈ ਜਿਸ ਦੇ ਵਿੱਚ ਕਿ ਈਸਾਈ ਧਰਮ ਦੇ ਲੋਕ ਜਿਹੜੇ ਨੇ ਮਰਨ ਤੋਂ ਬਾਅਦ ਮਨੁੱਖ ਨੂੰ ਜਿਹੜਾ ਹੈ ਉਸ ਦੇ ਵਿੱਚ ਰੱਖ ਕੇ, ਜਿਸ ਬਕਸੇ ਵਿੱਚ ਰੱਖ ਕੇ ਉਹ ਮਿੱਟੀ ਵਿੱਚ ਗੱਡ ਦਿੰਦੇ ਨੇ, ਉਹੀ ਉਸਨੂੰ ਕਫਿਨ ਕਿਹਾ ਜਾਂਦਾ ਹੈ। ਤਾਂ ਲੱਕੜ ਕਹਿੰਦੀ ਜੀ ਮੈਂ ਇਸ ਤਰ੍ਹਾਂ ਤੁਹਾਡੇ ਜਨਮ ਤੋਂ ਲੈ ਕੇ ਤੁਹਾਡੇ ਮਰਨ ਤੱਕ ਤੁਹਾਡੇ ਨਾਲ ਰਹਿੰਦੀ ਹਾਂ। ਨੈਕਸਟ ਬੀ ਪਾਰਟ ਹੈ, ਆਈ ਐਮ ਦ ਬ੍ਰੈਡ ਆਫ ਕਾਈਂਡਨੈਸ ਐਂਡ ਦ ਫਲਾਵਰ ਆਫ ਬਿਊਟੀ।
ਇਸ ਦਾ ਮਤਲਬ ਕੀ ਹੈ? ਕਹਿੰਦੇ ਜੀ ਇਸ ਦਾ ਮਤਲਬ ਜਿਹੜਾ ਹੈ, ਵੈਸੇ ਤਾਂ ਅੱਜ ਅਸੀਂ ਗੱਲ ਕਹੀਏ ਇਹ ਸਾਰੀਆਂ ਹੀ ਚੀਜ਼ਾਂ ਸਾਨੂੰ ਲੱਕੜ ਤੋਂ ਹੀ ਮਿਲਦੀਆਂ ਨੇ। ਬਿਜ਼ਨਸ ਦਿੰਦੀ ਹੈ, ਲਵ ਦਿੰਦੀ ਹੈ, ਫੂਡ ਡੈਕੋਰੇਸ਼ਨ ਅਤੇ ਕਾइंड ਫੀਲਿੰਗ ਐਂਡ ਲਵਲੀਨੈਸ। ਬਟ ਜੇ ਅਸੀਂ ਗੱਲ ਕਹੀਏ ਇਸ ਕੁਐਸਚਨ ਦੇ ਹਿਸਾਬ ਨਾਲ ਤਾਂ ਇਸ ਦਾ ਮਤਲਬ ਕਿਆ ਹੈ, ਤਾਂ ਕਹਿੰਦੇ ਜੀ ਉਹ ਸਭ ਤੋਂ ਜ਼ਿਆਦਾ ਢੁਕਵਾਂ ਜਿਹੜਾ ਹੈ ਕਾइंडनेस ਐਂਡ ਦਾ ਫਲਾਵਰ ਆਫ ਬਿਊਟੀ, ਮਤਲਬ ਕਾइंड ਫੀਲਿੰਗ ਐਂਡ ਲਵਲੀਨੈਸ ਜਿਹੜਾ ਹੈ ਇਸਦਾ ਸਹੀ ਆਂਸਰ ਹੋਏਗਾ। ਸੀ ਪਾਰਟ ਹੈ ਇਸਦਾ, ਹੂ ਇਜ਼ ਦ ਸਪੀਕਰ ਇਨ ਦਾ ਪੋਇਮ, ਤਾਂ ਕਹਿੰਦੇ ਜੀ ਦ ਵੁੱਡ ਇਜ਼ ਦ ਸਪੀਕਰ ਇਨ ਦਾ ਪੋਇਮ। ਅਤੇ ਬੱਚੇ ਇਸ ਦੇ 'ਚ ਸਾਰਾ ਆਂਸਰ ਸੇਮ ਹੋ ਜਾਏਗਾ, ਬਸ ਅਸੀਂ ਹੂ ਦਾ ਆਂਸਰ ਕਰ ਦੇਣਾ ਹੈ ਦ ਵੁੱਡ, ਬਾਕੀ ਸਾਰਾ ਕੁਐਸਚਨ ਦੇ ਵਿੱਚੋਂ ਹੀ ਆਂਸਰ ਆ ਜਾਏਗਾ। ਨੈਕਸਟ ਵਨ, ਵਟ ਇਜ਼ ਦ ਪ੍ਰੇਅਰ ਆਫ ਦ ਵੁੱਡ ਬਾਏ ਹਿਊਮਨ ਬੀਇੰਗਸ, ਤਾਂ ਕਹਿੰਦੇ ਜੀ ਕਿਆ ਪ੍ਰੇਅਰ ਹੈ ਲੱਕੜ ਦੀ ਮਨੁੱਖ ਨੂੰ? ਵੁੱਡ ਅਪੀਲ ਮੈਨ ਨੋਟ ਟੂ ਹਾਰਮ ਦੈਮ, ਵੀ ਸਾਨੂੰ ਨੁਕਸਾਨ ਨਾ ਪਹੁੰਚਾਓ। ਠੀਕ ਹੈ ਜੀ। ਸੋ ਇਸ ਨਾਲ ਸਾਡੀ ਜਿਹੜੀ ਇਸ ਪੋਇਮ ਦੇ ਜਿਹੜੇ ਨੇ ਸੈਂਟਰਲ ਆਈਡੀਆ ਅਤੇ ਜੋ ਸਟੈਂਜਾ ਦੇ ਜੋ ਕੁਐਸਚਨ ਹੈਗੇ ਉਹ ਸਾਡੇ ਕੰਪਲੀਟ ਹੁੰਦੇ ਨੇ। ਇਸ ਨੂੰ ਚੰਗੀ ਤਰ੍ਹਾਂ ਸਭ ਨੇ ਪੜ੍ਹ ਲੈਣਾ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨੈਕਸਟ ਟਾਈਮ ਆਪਾਂ ਅਗਲੀ ਸਲਾਈਡ ਦੇ ਨਾਲ ਜਿਹੜਾ ਹੈ ਉਹ ਮਿਲਾਂਗੇ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ।